हेलो स्टूडेंट्स, C++ च ਆਪਾਂ देख रहे सी कंस्ट्रक्टर। सो अपने लास्ट लेक्चर च ਆਪਾਂ देखिया सी कंस्ट्रक्टर की फर्स्ट टाइप देखी सी, दैट इज डिफॉल्ट कंस्ट्रक्टर। डिफॉल्ट कंस्ट्रक्टर ਦੇ ਵਿੱਚ ਕੀ ਸੀ, ਪਹਿਲਾਂ ਆਪਾਂ ਦੇਖਦੇ ਹਾਂ ਕੰਸਟਰਕਟਰ ਕੀ ਹੈ। ਕੰਸਟਰਕਟਰ ਇਜ਼ ਅ ਮੈਂਬਰ ਫੰਕਸ਼ਨ। ਕੰਸਟਰਕਟਰ ਇੱਕ ਕਲਾਸ ਦਾ ਮੈਂਬਰ ਫੰਕਸ਼ਨ ਹੈ, ਮੈਂਬਰ ਫੰਕਸ਼ਨ ਆਫ ਅ ਕਲਾਸ whose name is same as the class name। ਸੋ ਇੱਥੇ ਆਪਾਂ ਕਲਾਸ ਦਾ ਨੇਮ ਕੀ ਲੈ ਰਹੇ ਹਾਂ, ਨੰਬਰ, ਤੇ ਦੇਖੋ ਫੰਕਸ਼ਨ ਦਾ ਨੇਮ ਵੀ ਕੀ ਹੈ, ਨੰਬਰ ਹੈ। ਸੋ ਕੰਸਟਰਕਟਰ ਕੀ ਹੈ, ਹੋਰ ਕੁਝ ਨਹੀਂ, ਜਸਟ ਇੱਕ ਮੈਂਬਰ ਫੰਕਸ਼ਨ ਹੈ ਜਿਹਦਾ ਨੇਮ ਸੇਮ ਹੁੰਦਾ ਹੈ ਕਲਾਸ ਦੇ ਨੇਮ ਦੇ ਨਾਲ, ਤੇ ਉਹਦੇ ਵਿੱਚ ਆਪਾਂ ਕੋਈ ਵੀ ਰਿਟਰਨ ਟਾਈਪ ਨਹੀਂ ਲੈਂਦੇ। ਠੀਕ ਹੈ, ਚਾਹੇ ਆਪਾਂ ਉਹਦੇ ਚੋਂ ਵੈਲਿਊ ਰਿਟਰਨ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ, ਆਪਾਂ ਕੋਈ ਵੀ ਰਿਟਰਨ ਟਾਈਪ ਨਹੀਂ ਲੈਂਦੇ। ਤੇ ਕੰਸਟਰਕਟਰ ਆਟੋਮੈਟਿਕਲੀ ਕਾਲ ਹੁੰਦਾ ਹੈ ਜਦੋਂ ਆਪਾਂ ਉਹਦਾ ਆਬਜੈਕਟ ਕ੍ਰੀਏਟ ਕਰਦੇ ਹਾਂ। ਸੋ ਜਿਸ ਟਾਈਮ ਤੇ ਆਬਜੈਕਟ ਕ੍ਰੀਏਟ ਹੋ ਰਿਹਾ ਹੈ ਉਸ ਟਾਈਮ ਤੇ ਇਹ ਫੰਕਸ਼ਨ ਆਟੋਮੈਟਿਕਲੀ ਕਾਲ ਹੋਏਗਾ। ਤੇ ਕਿਉਂ ਯੂਜ਼ ਕਰਦੇ ਹਾਂ ਕੰਸਟਰਕਟਰ, ਆਪਾਂ ਆਬਜੈਕਟ ਨੂੰ ਇਨੀਸ਼ੀਅਲਾਈਜ਼ ਕਰਨ ਲਈ, ਕੋਈ ਵੀ ਇਨੀਸ਼ੀਅਲ ਵੈਲਿਊਜ਼ ਅਸਾਈਨ ਕਰਨ ਲਈ ਆਪਾਂ ਨਾਰਮਲੀ ਕੰਸਟਰਕਟਰ ਯੂਜ਼ ਕਰਦੇ ਹਾਂ। ਸੋ ਡਿਫਾਲਟ ਕੰਸਟਰਕਟਰ ਦੇ ਵਿੱਚ ਕੀ ਹੈ ਕਿ ਆਪਾਂ ਦੋ ਵੈਲਿਊਜ਼ ਅਸਾਈਨ ਕੀਤੀਆਂ 10 ਐਂਡ 20। ਤਾਂ ਹੁਣ ਦੇਖੋ ਜਿੰਨੇ ਵੀ ਤੁਸੀਂ ਆਬਜੈਕਟ ਕ੍ਰੀਏਟ ਕਰੋਗੇ n1 n2 n3 n4 n5 ਐਂਡ ਸੋ ਔਨ, ਜਿੰਨੇ ਵੀ ਆਬਜੈਕਟ ਕ੍ਰੀਏਟ ਕਰਾਂਗੇ ਸਾਰਿਆਂ ਦੇ ਵਿੱਚ ਇਨੀਸ਼ੀਅਲ ਵੈਲਿਊ ਕਿੰਨੀ ਸਟੋਰ ਹੋਏਗੀ, 10 ਐਂਡ 20। ਸੋ ਅੱਜ ਆਪਾਂ ਨੈਕਸਟ ਟਾਈਪ ਕਰਨ ਲੱਗੇ ਹਾਂ, ਦੈਟ ਇਜ਼ ਪੈਰਾਮੀਟਰਾਈਜ਼ਡ ਕੰਸਟਰਕਟਰ। ਉਹਦੇ ਵਿੱਚ ਕੀ ਹੈ, ਤੁਸੀਂ ਆਪਣੀ ਮਰਜ਼ੀ ਨਾਲ ਕੋਈ ਵੀ ਵੈਲਿਊ ਅਸਾਈਨ ਕਰ ਸਕਦੇ ਹੋ। ਇੱਥੇ ਬਾਈ ਡਿਫਾਲਟ ਹਰ ਇੱਕ ਦੇ ਵਿੱਚ ਡਿਫਾਲਟ ਕੰਸਟਰਕਟਰ 'ਚ ਕੀ ਹੈ ਕਿ ਬਾਈ ਡਿਫਾਲਟ ਹਰ ਇੱਕ ਕੰਸਟਰਕਟਰ 'ਚ 10 ਐਂਡ 20 ਵੈਲਿਊ ਹੀ ਅਸਾਈਨ ਹੋ ਰਹੀ ਹੈ। ਅਗਰ ਤੁਸੀਂ ਇੱਥੇ 0 0 ਵੈਲਿਊਜ਼ ਦੋਗੇ ਤਾਂ ਹਰ ਇੱਕ ਆਬਜੈਕਟ ਦੇ ਵਿੱਚ 0 0 ਵੈਲਿਊਜ਼ ਅਸਾਈਨ ਹੋਣਗੀਆਂ। ਮਤਲਬ ਜੋ ਵੀ ਵੈਲਿਊਜ਼ ਆਪਾਂ ਇੱਥੇ ਨੋਟ ਕਰਾਂਗੇ ਹਰ ਇੱਕ ਕੰਸਟਰਕਟਰ 'ਚ ਹਰ ਇੱਕ ਆਬਜੈਕਟ ਦੇ ਵਿੱਚ ਉਹੀ ਵੈਲਿਊਜ਼ ਅਸਾਈਨ ਹੋਣਗੀਆਂ। ਆਪਾਂ ਚਾਹੁੰਦੇ ਹਾਂ ਕਿ ਆਪਾਂ ਅਲੱਗ-ਅਲੱਗ ਆਬਜੈਕਟ ਨੂੰ ਅਲੱਗ-ਅਲੱਗ ਵੈਲਿਊਜ਼ ਦੇਣੀ ਹੈ, ਜਿੱਦਾਂ ਆਪਾਂ ਵੇਰੀਏਬਲਸ ਨੂੰ ਦਿੰਦੇ ਹਾਂ। ਸਪੋਜ਼ ਇੰਟ a is equal to 10, b is equal to 20 ਔਰ ਸਪੋਜ਼ c is equal to 50। ਸੋ ਆਪਾਂ ਤਿੰਨ ਵੇਰੀਏਬਲ ਲਏ ਨੇ, a b c। a ਨੂੰ ਵੈਲਿਊ 10 ਦਿੱਤੀ ਹੈ, b ਨੂੰ 20 ਦਿੱਤੀ ਹੈ, c ਨੂੰ 50 ਦਿੱਤੀ ਹੈ। ਸੋ ਐਟ ਦੀ ਟਾਈਮ ਆਫ ਇਨੀਸ਼ੀਅਲਾਈਜੇਸ਼ਨ ਆਪਾਂ ਵੈਲਿਊ ਅਸਾਈਨ ਕਰ ਰਹੇ ਹਾਂ। ਸੋ ਇੱਥੇ ਆਪਾਂ ਹਜੇ ਕੋਈ ਵੈਲਿਊ ਅਸਾਈਨ ਨਹੀਂ ਕੀਤੀ, ਇੱਥੇ ਡਿਫਾਲਟ ਵੈਲਿਊਜ਼ ਅਸਾਈਨ ਹੋ ਰਹੀਆਂ ਨੇ, ਦੈਟ ਇਜ਼ 10 ਐਂਡ 20। ਅਗਰ 0 ਲਓਗੇ ਤਾਂ 0 0 ਹੋ ਰਹੀਆਂ ਨੇ। ਸੋ ਪੈਰਾਮੀਟਰਾਈਜ਼ਡ ਕੰਸਟਰਕਟਰ ਕਿਵੇਂ ਕ੍ਰੀਏਟ ਹੋਏਗਾ ਉਹ ਦੇਖਦੇ ਹਾਂ ਆਪਾਂ। ਸਪੋਜ਼ ਪਹਿਲਾਂ ਆਪਾਂ ਸੇਮ ਉਦਾਂ ਹੀ ਕਲਾਸ ਲੈਨੇ ਆ, ਕਲਾਸ ਨੰਬਰ ਦੇ ਵਿੱਚ ਦੋ ਵੇਰੀਏਬਲ ਲਏ, ਇੰਟ a ਐਂਡ b। ਦੈਨ ਫੰਕਸ਼ਨਸ ਨੂੰ ਆਪਾਂ ਪਬਲਿਕ ਰੱਖਣਾ ਹੈ, ਇਸ ਲਈ ਆਪਾਂ ਪਬਲਿਕ ਐਕਸੈਸ ਸਪੈਸੀਫਾਇਰ ਲਗਾਇਆ। ਹੁਣ ਇੱਥੇ ਆਪਾਂ ਇੱਕ ਕੰਸਟਰਕਟਰ ਕ੍ਰੀਏਟ ਕਰਨਾ ਹੈ। ਕੰਸਟਰਕਟਰ ਕੀ ਹੈ, ਇੱਕ ਮੈਂਬਰ ਫੰਕਸ਼ਨ ਹੈ ਜਿਹਦਾ ਨੇਮ ਸੇਮ ਹੁੰਦਾ ਹੈ ਕਲਾਸ ਦੇ ਨੇਮ ਦੇ ਨਾਲ। ਸੋ ਇੱਥੇ ਆਪਾਂ ਕੀ ਲਿਖਿਆ, ਨੰਬਰ ਯਾਨੀ ਕਿ ਫੰਕਸ਼ਨ ਡਿਫਾਈਨ ਕੀਤਾ। ਹੁਣ ਆਪਾਂ ਇਹਦੇ ਵਿੱਚ ਪੈਰਾਮੀਟਰਸ ਲਵਾਂਗੇ, ਜੋ ਵੀ ਵੈਲਿਊਜ਼ ਆਪਾਂ ਇਹਨਾਂ ਨੂੰ ਪਾਸ ਕਰਨੀਆਂ ਨੇ। ਸੋ ਆਪਾਂ ਦੋ ਵੈਲਿਊਜ਼ ਪਾਸ ਕਰਾਂਗੇ a ਤੇ b ਦੀਆਂ, ਇਸ ਲਈ ਆਪਾਂ ਲਿਆ ਇੰਟ x ਐਂਡ ਇੰਟ y। ਇਹ ਸੇਮ ਉਦਾਂ ਹੀ ਕੰਮ ਕਰੇਗਾ ਜਿੱਦਾਂ ਆਪਾਂ ਇਨਪੁਟ ਫੰਕਸ਼ਨ ਲੈਂਦੇ ਸੀ ਤੇ ਉਹਦੇ 'ਚ ਦੋ ਵੈਲਿਊਜ਼ ਪਾਸ ਕਰਦੇ ਸੀ। ਸੋ x ਤੇ y ਜਿਹੜੀਆਂ ਦੋ ਵੈਲਿਊਜ਼ ਪਾਸ ਕੀਤੀਆਂ ਨੇ ਉਹ ਆਪਾਂ ਕਿਸ 'ਚ ਅਸਾਈਨ ਕਰਨੀਆਂ ਨੇ, a ਐਂਡ b ਦੇ ਵਿੱਚ। ਸੋ a ਦੇ ਵਿੱਚ x ਵੈਲਿਊ ਆ ਗਈ, b ਦੇ ਵਿੱਚ y। ਦੈਨ ਉਸ ਤੋਂ ਬਾਅਦ ਸਿੰਪਲੀ ਉਹੀ void ਆਊਟਪੁੱਟ ਫੰਕਸ਼ਨ ਲੈ ਰਹੇ ਹਾਂ। ਆਊਟਪੁੱਟ ਦੇ ਵਿੱਚ ਆਪਾਂ ਕੀ ਕਰਾ ਰਹੇ ਹਾਂ, cout a is equal to a ਦੀ ਵੈਲਿਊ ਪ੍ਰਿੰਟ ਕਰਾਈ ਐਂਡ b is equal to b ਦੀ ਵੈਲਿਊ ਪ੍ਰਿੰਟ ਕਰਵਾਈ, ਤੇ ਕਲਾਸ ਇੱਥੇ ਕੀ ਹੋ ਰਹੀ ਹੈ, ਕਲੋਜ਼। ਹੁਣ ਦੇਖੋ ਇੱਥੇ ਆਪਾਂ ਇੱਕ ਫੰਕਸ਼ਨ ਲਿਆ ਨੰਬਰ, ਇਹ ਕੀ ਹੈ, ਕੰਸਟਰਕਟਰ ਹੈ, ਤੇ ਇਹਦੇ ਵਿੱਚ ਆਪਾਂ ਦੋ ਪੈਰਾਮੀਟਰਸ ਪਾਸ ਕਰ ਰਹੇ ਹਾਂ, ਇਸ ਕਰਕੇ ਇਹਨੂੰ ਆਪਾਂ ਕੀ ਬੋਲਦੇ ਹਾਂ, ਪੈਰਾਮੀਟਰਾਈਜ਼ਡ ਕੰਸਟਰਕਟਰ। ਸੋ ਇਹ ਕਿਹੜੀ ਟਾਈਪ ਹੈ, ਪੈਰਾਮੀਟਰਾਈਜ਼ਡ ਕੰਸਟਰਕਟਰ। ਨੇ ਵਰਕ ਕਿਵੇਂ ਕਰੇਗਾ ਉਹ ਦੇਖਦੇ ਹਾਂ ਆਪਾਂ। void ਮੇਨ ਫੰਕਸ਼ਨ ਲੈਣੇ ਆਪਾਂ। ਦੇਖੋ ਇੱਥੇ ਜਦੋਂ ਆਬਜੈਕਟ ਕ੍ਰੀਏਟ ਕਰਾਂਗੇ, ਆਬਜੈਕਟ ਕ੍ਰੀਏਟ ਕੀਤਾ ਸਪੋਜ਼ ਤੁਸੀਂ ਨੰਬਰ n1, ਤਾਂ ਜਦੋਂ n1 ਲਿਖਿਆ, n1 ਇੱਕ ਆਬਜੈਕਟ ਕ੍ਰੀਏਟ ਹੋਇਆ ਜਿਹਦੇ ਵਿੱਚ ਕੀ ਹੋਏਗਾ, ਇੱਕ a ਤੇ ਇੱਕ b। ਹੁਣ n1 ਵੇਲੇ ਕੀ ਹੁੰਦਾ ਹੈ, ਕੰਸਟਰਕਟਰ ਕੋਲ ਹੁੰਦਾ ਹੈ। ਠੀਕ ਹੈ, ਜਦੋਂ ਆਪਾਂ ਆਬਜੈਕਟ ਕ੍ਰੀਏਟ ਕਰਦੇ ਹਾਂ ਕੰਸਟਰਕਟਰ ਕੀ ਹੈ, ਆਟੋਮੈਟਿਕਲੀ ਕਾਲ ਹੋਏਗਾ। ਕੰਸਟਰਕਟਰ ਕਿਹੜਾ ਆਪਣੇ ਕੋਲ, a ਵਾਲਾ ਨੰਬਰ। ਹੁਣ ਇੱਥੇ ਕੀ ਕਹਿ ਰਹੇ ਕਿ ਦੋ ਆਰਗੂਮੈਂਟ ਵੀ ਚਾਹੀਦੇ ਨੇ ਇਹਨੂੰ, x ਐਂਡ y। ਸੋ ਇਸ ਕਰਕੇ ਆਪਾਂ ਇਹਦੇ ਨਾਲ ਦੋ ਵੈਲਿਊਜ਼ ਵੀ ਪਾਸ ਕਰਾਂਗੇ ਜੋ ਵੀ ਆਪਾਂ ਅਸਾਈਨ ਕਰਨੀ ਹੈ। ਸਪੋਜ਼ ਤੁਸੀਂ ਵੈਲਿਊਜ਼ ਦਿੱਤੀਆਂ 10 ਐਂਡ 20। ਸੋ ਇਹਨੂੰ ਲਿਖਣ ਦਾ ਤਰੀਕਾ ਦੇਖ ਲਓ ਧਿਆਨ ਨਾਲ। ਆਬਜੈਕਟ ਕਿਹਦਾ ਕ੍ਰੀਏਟ ਕਰਨਾ ਆਪਾਂ ਨੇ, ਨੰਬਰ ਦਾ। ਆਬਜੈਕਟ ਦਾ ਨਾਮ ਦਿੱਤਾ n1 ਤੇ ਉਹਦੇ ਨਾਲ ਹੀ ਆਪਾਂ ਦੋ ਆਰਗੂਮੈਂਟ ਪਾਸ ਕਰਾਂਗੇ 10 ਐਂਡ 20। ਕੋਈ ਵੀ ਤੁਸੀਂ ਵੈਲਿਊਜ਼ ਇੱਥੇ ਪਾਸ ਕਰ ਸਕਦੇ ਹੋ। ਸੋ ਇਹ ਜਿਹੜੀਆਂ 10 ਐਂਡ 20 ਵੈਲਿਊਜ਼ ਨੇ ਕਿੱਥੇ ਜਾਣਗੀਆਂ, x ਐਂਡ y ਦੇ ਵਿੱਚ। ਸੋ ਇਹ ਜਿਹੜਾ ਕੰਸਟਰਕਟਰ ਹੈ, ਜੋ ਇਹ ਮੈਂਬਰ ਫੰਕਸ਼ਨ ਹੈ, ਇਹ ਆਟੋਮੈਟਿਕਲੀ ਕਾਲ ਹੋ ਰਿਹਾ ਹੈ ਜਦੋਂ ਆਪਾਂ n1 ਕ੍ਰੀਏਟ ਕਰ ਰਹੇ ਹਾਂ।
ਸੋ n1 ਕ੍ਰੀਏਟ ਕਰਦੇ ਹੋਏ ਨਾਲ ਹੀ ਆਪਾਂ ਦੋ ਵੈਲਿਊਜ਼ ਪਾਸ ਕੀਤੀਆਂ 10 ਐਂਡ 20। ਉਹ 10 ਐਂਡ 20 ਵੈਲਿਊਜ਼ ਕਿੱਥੇ ਚਲੀ ਗਈਆਂ x ਐਂਡ y 'ਚ, ਤੇ ਉੱਥੋਂ ਫਿਰ ਉਹ x ਤੇ y 'ਚੋਂ ਵੈਲਿਊਜ਼ ਕਿੱਥੇ ਜਾਣਗੀਆਂ a ਐਂਡ b 'ਚ। ਹੁਣ ਇਹ a ਤੇ b ਕਿਹਦੇ ਹੋਣਗੇ n1 ਦੇ। ਸੋ a ਦੀ ਵੈਲਿਊ ਕਿੰਨੀ ਹੋ ਗਈ 10 ਐਂਡ b ਦੀ ਵੈਲਿਊ ਹੋ ਗਈ 20। ਇਸੇ ਤਰੀਕੇ ਨਾਲ ਤੁਸੀਂ ਹੋਰ ਵੀ ਕ੍ਰੀਏਟ ਕਰ ਸਕਦੇ ਹੋ, ਜਿੰਨੇ ਮਰਜ਼ੀ ਆਬਜੈਕਟ ਕ੍ਰੀਏਟ ਕਰ ਸਕਦੇ ਹਾਂ ਆਪਾਂ। ਨੰਬਰ n2 ਇਹਦੇ ਵਿੱਚ ਸਪੋਜ਼ ਵੈਲਿਊ ਪਾਸ ਕਰਤੀ ਮੈਨੇ 50 ਐਂਡ 100, n3 ਇਹਦੇ ਵਿੱਚ ਵੈਲਿਊਜ਼ ਪਾਸ ਕਰਤੀਆਂ ਮੈਨੇ 100 ਐਂਡ 10। ਸੋ ਇਹ ਵੈਲਿਊਜ਼ ਕਿੱਥੇ ਜਾਣਗੀਆਂ ਹੁਣ ਕੋਰੈਸਪੋਂਡਿੰਗਲੀ ਉਹਨਾਂ ਦੇ n2 ਐਂਡ n3 ਦੇ a ਤੇ b ਦੇ ਵਿੱਚ। ਸੋ ਇਸ ਤਰੀਕੇ ਨਾਲ ਤੁਸੀਂ ਪੈਰਾਮੀਟਰਾਈਜ਼ਡ ਕੰਸਟਰਕਟਰ ਕ੍ਰੀਏਟ ਕਰ ਸਕਦੇ ਹੋ। ਸੋ ਇੱਥੇ ਜਿੰਨੇ ਮਰਜ਼ੀ ਆਰਗੂਮੈਂਟ ਲੈ ਸਕਦੇ ਹੋ, ਮੈਂ ਇੱਥੇ 2 ਆਰਗੂਮੈਂਟ ਲਏ ਨੇ। ਸੋ ਜੋ ਆਪਣੀ ਰਿਕੁਆਇਰਮੈਂਟ ਹੈ ਆਪਾਂ ਉਹਦੇ ਅਕੋਰਡਿੰਗ ਆਰਗੂਮੈਂਟਸ ਲੈ ਸਕਦੇ ਹਾਂ। ਦੈਨ ਇਸ ਤੋਂ ਬਾਅਦ n1 ਡੋਟ ਆਊਟਪੁੱਟ, n2 ਡੋਟ ਆਊਟਪੁੱਟ, ਇਹਨਾਂ ਦੀਆਂ ਵੈਲਿਊਜ਼ ਆਪਾਂ ਪ੍ਰਿੰਟ ਕਰਵਾ ਰਹੇ ਹਾਂ n3 ਡੋਟ ਆਊਟਪੁੱਟ। ਸੋ ਇੱਥੇ ਜਦੋਂ ਕ੍ਰੀਏਟ ਕੀਤਾ ਸੀ n2, ਜਦੋਂ ਕ੍ਰੀਏਟ ਕੀਤਾ ਉੱਥੇ ਵੈਲਿਊਜ਼ ਕਿਹੜੀਆਂ ਪਾਸ ਕੀਤੀਆਂ ਨੇ ਆਪਾਂ ਨੇ 50 ਐਂਡ 100। ਸੋ n2 ਦਾ ਕੰਸਟਰਕਟਰ ਕੋਲ ਹੋਊਗਾ 50 ਐਂਡ 100 ਵੈਲਿਊਜ਼ x ਐਂਡ y 'ਚ ਆ ਜਾਣਗੀਆਂ, ਤੇ ਉੱਥੋਂ ਵੈਲਿਊਜ਼ ਕਿੱਥੇ ਜਾਣਗੀਆਂ a ਐਂਡ b 'ਚ। ਸੋ n2 ਦੇ ਵਿੱਚ ਕਿੰਨੀਆਂ ਵੈਲਿਊਜ਼ ਆ ਗਈਆਂ 50 ਐਂਡ 100। n3 'ਚ ਆਪਾਂ ਵੈਲਿਊਜ਼ ਪਾਸ ਕੀਤੀਆਂ 100 ਐਂਡ 10। ਸੋ ਉੱਥੋਂ ਦੀ ਉਹ ਵੈਲਿਊਜ਼ a ਤੇ b 'ਚ ਜਾਣਗੀਆਂ n3 ਦੇ 100 ਐਂਡ 10। ਸੋ ਇਸ ਤਰੀਕੇ ਨਾਲ ਕੀ ਹੈ, ਤੁਸੀਂ ਪੈਰਾਮੀਟਰਾਈਜ਼ ਕੰਸਟਰਕਟਰ ਦੇ ਥਰੂ ਜੋ ਮਰਜ਼ੀ ਵੈਲਿਊਜ਼ ਆਪਾਂ ਅਲੱਗ-ਅਲੱਗ ਵੈਲਿਊਜ਼ ਅਲੱਗ-ਅਲੱਗ ਆਬਜੈਕਟਸ ਨੂੰ ਅਸਾਈਨ ਕਰ ਸਕਦੇ ਹਾਂ। ਡਿਫਾਲਟ ਕੰਸਟਰਕਟਰ 'ਚ ਇਹ ਚੀਜ਼ ਨਹੀਂ ਹੁੰਦੀ ਸੀ, ਉੱਥੇ ਸਾਰੇ ਆਬਜੈਕਟ ਨੂੰ ਸੇਮ ਵੈਲਿਊਜ਼ ਹੀ ਅਸਾਈਨ ਹੋਣਗੀਆਂ ਡਿਫਾਲਟ ਕੰਸਟਰਕਟਰ ਦੇ ਥਰੂ। ਬਟ ਪੈਰਾਮੀਟਰਾਈਜ਼ ਕੰਸਟਰਕਟਰ ਦੇ ਥਰੂ ਆਪਾਂ ਅਲੱਗ-ਅਲੱਗ ਵੈਲਿਊਜ਼ ਅਸਾਈਨ ਕਰ ਰਹੇ ਹਾਂ। ਸੋ ਇਸ ਇਜ਼ ਸੈਕੰਡ ਟਾਈਪ ਆਫ ਕੰਸਟਰਕਟਰ, ਦੈਟ ਇਜ਼ ਪੈਰਾਮੀਟਰਾਈਜ਼ਡ ਕੰਸਟਰਕਟਰ। ਨੈਕਸਟ ਇੱਕ ਹੋਰ ਟਾਈਪ ਕਰਦੇ ਹਾਂ। ਉਹਦੇ ਲਈ ਪਹਿਲਾਂ ਦੇਖੋ, ਅਗਰ ਤੁਸੀਂ ਇੱਥੇ ਲਿਖਦੇ ਹੋ ਨੰਬਰ n1, ਇਹਦੇ ਵਿੱਚ ਮੈਂ ਵੈਲਿਊਜ਼ ਪਾਸ ਕਰ ਰਹੇ ਹਾਂ। ਸਪੋਜ਼ ਤੁਸੀਂ ਇੱਥੇ 10 ਵੈਲਿਊ ਪਾਸ ਕਰਤੀ, n2 ਇਹਦੇ ਵਿੱਚ 50 ਵੈਲਿਊ ਪਾਸ ਕਰਤੀ। ਅਗਰ ਤੁਸੀਂ ਇੱਥੇ ਲੈ ਰਹੇ ਹੋ ਸਪੋਜ਼ int x is equal to 100, int x is equal to 100 ਮੈਂ ਵੈਲਿਊ ਲਈ ਹੈ। ਸੋ ਇੱਥੇ x ਵੀ ਪਾਸ ਕਰ ਸਕਦੇ ਹੋ, ਯਾਨੀ ਕਿ ਉਹ ਹੈ ਤਾਂ ਵੈਲਿਊ ਹੀ ਹੈ। ਸੋ ਇੱਥੇ ਵੈਲਿਊ ਕਿੰਨੀ ਪਾਸ ਹੋਏਗੀ 100। n3 ਦੇ ਵਿੱਚ ਜਦੋਂ ਤੁਸੀਂ ਕੋਲ ਕਰ ਰਹੇ ਹੋ ਉੱਥੇ ਵੈਲਿਊ ਕਿੰਨੀ ਪਾਸ ਹੋਏਗੀ 100। ਹੁਣ ਸਪੋਜ਼ ਕਰੋ ਮੈਂ ਇੱਕ ਹੋਰ ਕ੍ਰੀਏਟ ਕੀਤਾ ਨੰਬਰ n4, ਇਹਦੇ ਵਿੱਚ ਮੈਂ ਪਾਸ ਕਰ ਰਿਹਾ n1। ਕੀ ਇਹ ਸਹੀ ਹੈ? n1 ਕੀ ਹੈ? ਇੱਕ ਆਬਜੈਕਟ ਹੈ। ਸੋ ਅਗਰ ਤੁਸੀਂ ਆਬਜੈਕਟ ਪਾਸ ਕਰਵਾਉਣਾ ਹੈ, ਉਹਦੇ ਲਈ ਆਪਾਂ ਨੂੰ ਇੱਕ ਸਪੈਸ਼ਲ ਕੰਸਟਰਕਟਰ ਯੂਜ਼ ਕਰਨਾ ਪਏਗਾ, ਜਿਹਨੂੰ ਆਪਾਂ ਬੋਲਦੇ ਹਾਂ ਕਾਪੀ ਕੰਸਟਰਕਟਰ। ਸੋ ਇੱਥੇ ਨੋਰਮਲ ਵੈਲਿਊਜ਼ ਪਾਸ ਕਰਦੇ ਹੋ, ਨੋਰਮਲ ਵੇਰੀਏਬਲ ਵੀ ਆਪਾਂ ਪਾਸ ਕਰ ਸਕਦੇ ਹਾਂ, ਇੰਟੀਜਰ, ਫਲੋਟ, ਕੈਰੈਕਟਰ। ਬਟ ਜਦੋਂ ਆਪਾਂ ਇੱਕ ਆਬਜੈਕਟ ਪਾਸ ਕਰਵਾਉਣਾ ਹੈ, ਯਾਨੀ ਕਿ ਆਬਜੈਕਟ ਜਦੋਂ ਆਪਾਂ ਪਾਸ ਕਰ ਰਹੇ ਹਾਂ, ਉਦੋਂ ਆਪਾਂ ਨੂੰ ਇੱਕ ਅਲੱਗ ਤੋਂ ਕੰਸਟਰਕਟਰ ਕ੍ਰੀਏਟ ਕਰਨਾ ਪਏਗਾ, ਜਿਹਨੂੰ ਆਪਾਂ ਬੋਲਦੇ ਹਾਂ ਕਾਪੀ ਕੰਸਟਰਕਟਰ। ਸੋ ਕੰਸਟਰਕਟਰ ਦੀਆਂ 3 ਟਾਈਪਸ ਨੇ। ਫਸਟ ਟਾਈਪ ਆਪਾਂ ਕੀਤੀ ਹੈ ਡਿਫਾਲਟ ਕੰਸਟਰਕਟਰ, ਜਿਹਦੇ ਵਿੱਚ ਆਪਾਂ ਕੋਈ ਵੀ ਆਰਗੂਮੈਂਟ ਨਹੀਂ ਪਾਸ ਕਰਦੇ। ਅਗਰ ਆਪਾਂ ਆਰਗੂਮੈਂਟ ਪਾਸ ਕਰ ਰਹੇ ਹਾਂ ਤਾਂ ਉਹਨੂੰ ਆਪਾਂ ਬੋਲਦੇ ਹਾਂ ਪੈਰਾਮੀਟਰਾਈਜ਼ਡ ਕੰਸਟਰਕਟਰ। ਆਰਗੂਮੈਂਟ ਔਰ ਪੈਰਾਮੀਟਰ ਇੱਕੋ ਹੀ ਗੱਲ ਹੈ। ਅਗਰ ਕੋਈ ਵੀ ਪੈਰਾਮੀਟਰ ਨਹੀਂ ਪਾਸ ਕਰ ਰਹੇ ਤਾਂ ਉਹ ਡਿਫਾਲਟ ਕੰਸਟਰਕਟਰ ਹੋਏਗਾ। ਅਗਰ ਪੈਰਾਮੀਟਰ ਪਾਸ ਕਰ ਰਹੇ ਹਾਂ, ਚਾਹੇ ਇੱਕ ਪੈਰਾਮੀਟਰ ਹੈ, ਚਾਹੇ 2 ਨੇ, ਚਾਹੇ 3 ਨੇ, 4 ਨੇ, ਉਹਨੂੰ ਆਪਾਂ ਪੈਰਾਮੀਟਰਾਈਜ਼ਡ ਕੰਸਟਰਕਟਰ ਬੋਲਾਂਗੇ। ਅਗਰ ਉਹ ਜਿਹੜਾ ਪੈਰਾਮੀਟਰ ਆਪਾਂ ਪਾਸ ਕਰ ਰਹੇ ਹਾਂ ਉਹ ਇੱਕ ਆਬਜੈਕਟ ਟਾਈਪ ਦਾ ਹੈ, ਉਸੇ ਪਾਰਟਿਕੂਲਰ ਕਲਾਸ ਟਾਈਪ ਦਾ ਆਬਜੈਕਟ ਹੈ, ਦੈਨ ਉਹ ਕੀ ਹੋਏਗਾ ਕਾਪੀ ਕੰਸਟਰਕਟਰ। ਸੋ ਕਾਪੀ ਕੰਸਟਰਕਟਰ ਕਿਵੇਂ ਕ੍ਰੀਏਟ ਹੋਏਗਾ ਉਹ ਆਪਾਂ ਦੇਖਦੇ ਹਾਂ ਨੈਕਸਟ। ਸੇਮ ਆਪਾਂ ਇੱਕ ਕਲਾਸ ਲੈਂਦੇ ਹਾਂ ਪਹਿਲਾਂ। ਕਲਾਸ ਨੰਬਰ, ਇਹਦੇ ਵਿੱਚ 2 ਵੇਰੀਏਬਲ ਲਏ ਆਪਾਂ ਨੇ, ਇੰਟ a ਐਂਡ b। ਦੈਨ ਪਬਲਿਕ, ਇਸ 'ਚ ਪਹਿਲਾਂ ਆਪਾਂ ਇੱਕ ਨੋਰਮਲ ਫੰਕਸ਼ਨ ਲੈਂਦੇ ਹਾਂ ਨੰਬਰ। ਕੰਸਟਰਕਟਰ ਲਿਆ ਆਪਾਂ ਨੇ ਇੱਕ, ਇੱਥੇ 2 ਆਰਗੂਮੈਂਟ ਪਾਸ ਕਰਵਾਏ, ਇੰਟ x ਐਂਡ ਇੰਟ y। ਤੇ ਉਹ ਜਿਹੜੇ ਆਰਗੂਮੈਂਟ ਆ ਰਹੇ ਨੇ x ਐਂਡ y, ਉਹਨੂੰ ਆਪਾਂ ਅਸਾਈਨ ਕਰਵਾਤਾ a ਐਂਡ b ਦੇ ਵਿੱਚ। ਇਹ ਕਿਹੜਾ ਕੰਸਟਰਕਟਰ ਹੈ? ਪੈਰਾਮੀਟਰਾਈਜ਼ਡ ਕੰਸਟਰਕਟਰ। ਸੋ ਇੱਕ ਹੋਰ ਕੰਸਟਰਕਟਰ ਲੈਂਦੇ ਹਾਂ ਆਪਾਂ। ਜਿੰਨੇ ਮਰਜ਼ੀ ਤੁਸੀਂ ਕੰਸਟਰਕਟਰ ਲੈ ਸਕਦੇ ਹੋ, ਜਿਵੇਂ ਆਪਾਂ ਫੰਕਸ਼ਨ ਲੈ ਸਕਦੇ ਹਾਂ ਸੇਮ ਨੇਮ ਦੇ, ਉਸੇ ਤਰੀਕੇ ਨਾਲ ਸੇਮ ਨੇਮ ਦੇ ਕੰਸਟਰਕਟਰ ਵੀ ਲੈ ਸਕਦੇ ਹਾਂ। ਇਹਨੂੰ ਆਪਾਂ ਕੀ ਬੋਲਾਂਗੇ? ਕੰਸਟਰਕਟਰ ਓਵਰਲੋਡਿੰਗ। ਜਦੋਂ ਆਪਾਂ ਇੱਕ ਤੋਂ ਜ਼ਿਆਦਾ ਫੰਕਸ਼ਨ ਲੈਂਦੇ ਹਾਂ ਉਹਨੂੰ ਫੰਕਸ਼ਨ ਓਵਰਲੋਡਿੰਗ ਬੋਲਦੇ ਹਾਂ।
ਇੱਥੇ ਆਪਾਂ ਕੰਸਟਰਕਟਰ ਲੈ ਰਹੇ ਹਾਂ ਤਾਂ ਇਹਨੂੰ ਕੰਸਟਰਕਟਰ ਓਵਰਲੋਡਿੰਗ ਬੋਲਾਂਗੇ। ਤਾਂ ਉਹਨਾਂ ਦੇ ਵਿੱਚ ਡਿਫਰੈਂਸ ਕੀ ਹੋਏਗਾ, ਨੰਬਰ ਆਫ ਆਰਗੂਮੈਂਟਸ ਔਰ ਟਾਈਪ ਆਫ ਆਰਗੂਮੈਂਟਸ ਦੇ ਵਿੱਚ। ਇੱਥੇ ਆਪਾਂ 2 ਆਰਗੂਮੈਂਟ ਲੈ ਰਹੇ ਹਾਂ, ਹੁਣ ਇੱਥੇ ਆਪਾਂ ਇੱਕ ਸਿੰਗਲ ਆਰਗੂਮੈਂਟ ਲਵਾਂਗੇ। ਹੁਣ ਦੇਖੋ ਆਪਾਂ ਆਰਗੂਮੈਂਟ ਕੀ ਪਾਸ ਕਰਵਾ ਰਹੇ ਸੀ, ਉਤੋਂ ਆਰਗੂਮੈਂਟ ਕੀ ਪਾਸ ਕਰਵਾ ਰਹੇ ਹਾਂ, ਇੱਕ ਆਬਜੈਕਟ ਜਿਹਦੀ ਟਾਈਪ ਕੀ ਹੈ ਨੰਬਰ। ਸੋ ਉਹਨੂੰ ਰਿਸੀਵ ਕਰਨ ਲਈ ਵੀ ਆਪਾਂ ਇੱਕ ਨੰਬਰ ਦਾ ਆਬਜੈਕਟ ਲਵਾਂਗੇ, ਸਪੋਜ਼ ਨੰਬਰ n। ਬਟ ਕਾਪੀ ਕੰਸਟਰਕਟਰ ਦੇ ਵਿੱਚ ਇੱਕ ਹੋਰ ਚੀਜ਼ ਹੈ, ਤੁਸੀਂ ਡਾਇਰੈਕਟ ਆਬਜੈਕਟ ਨਹੀਂ ਪਾਸ ਕਰੋਗੇ, ਉਹਦਾ ਰੈਫਰੈਂਸ ਪਾਸ ਕਰਾਂਗੇ ਆਪਾਂ। ਸੋ ਰੈਫਰੈਂਸ ਨੂੰ ਰਿਸੀਵ ਕਰਨ ਲਈ ਆਪਾਂ ਇੱਥੇ ਲਗਾਉਂਦੇ ਹਾਂ $n। ਸੋ ਇੱਥੇ ਕੀ ਹੋ ਗਿਆ, ਨੰਬਰ ਇੱਕ ਕੰਸਟਰਕਟਰ ਹੈ ਜਿਹਦੇ ਵਿੱਚ ਤੁਸੀਂ ਨੰਬਰ ਦਾ ਇੱਕ ਆਬਜੈਕਟ ਪਾਸ ਕਰ ਰਹੇ ਹੋ, ਜਿਹਦਾ ਰੈਫਰੈਂਸ ਕਿਹਦੇ ਵਿੱਚ ਆਏਗਾ, n ਦੇ ਵਿੱਚ। ਸੋ ਇਹਦੀ ਕੋਡਿੰਗ ਆਪਾਂ ਇੱਕ ਵਾਰੀ ਬਾਅਦ ਚ ਦੇਖਦੇ ਹਾਂ, ਪਹਿਲਾਂ ਇਹਨੂੰ ਬਾਕੀ ਕੰਪਲੀਟ ਕਰਦੇ ਹਾਂ। void output, ਆਊਟਪੁੱਟ ਚ ਆਪਾਂ ਕੀ ਕਰਦੇ ਹਾਂ, ਦੋਨਾਂ ਵੈਲਿਊਜ਼ ਨੂੰ ਪ੍ਰਿੰਟ ਕਰਵਾਉਂਦੇ ਹਾਂ। a is equal to a and b is equal to b। ਇੱਥੇ ਕਲਾਸ ਖਤਮ ਹੋ ਗਈ। ਦੈਨ ਮੇਨ ਫੰਕਸ਼ਨ ਲਿਆ ਆਪਾਂ ਨੇ void main। ਇੱਥੇ ਦੇਖੋ ਪਹਿਲਾਂ ਆਪਾਂ ਇੱਕ ਦੋ ਆਬਜੈਕਟ ਨੋਰਮਲ ਪੈਰਾਮੀਟਰਾਈਜ਼ ਕੰਸਟਰਕਟਰ ਦੇ ਥਰੂ ਕ੍ਰੀਏਟ ਕਰਦੇ ਹਾਂ ਆਪਾਂ। ਨੰਬਰ n1, ਇਹਦੇ ਵਿੱਚ ਸਪੋਜ਼ ਵੈਲਿਊ ਪਾਸ ਕੀਤੀ ਮੈਨੇ 10 and 20। ਦੈਨ ਨੰਬਰ n2, ਸਪੋਜ਼ ਇਹਦੇ ਵਿੱਚ ਵੈਲਿਊ ਪਾਸ ਕਰਤੀ ਮੈਨੇ 100 and 150। ਤਾਂ ਇਹਦੇ ਨਾਲ ਕੀ ਹੋਏਗਾ, ਇੱਕ n1 ਕ੍ਰੀਏਟ ਹੋਊਗਾ ਜਿਹਦੇ ਵਿੱਚ a ਤੇ b ਹੈ, ਇੱਕ n2 ਕ੍ਰੀਏਟ ਹੋਊਗਾ ਜਿਸ 'ਚ ਵੀ a ਤੇ b ਹੈ। ਤੇ ਉਹਨਾਂ ਦੀ ਵੈਲਿਊਜ਼ ਕੀ ਆਣਗੀਆਂ, n1 ਦੀਆਂ ਵੈਲਿਊਜ਼ ਆਪਾਂ ਕਿਹੜੀਆਂ ਪਾਸ ਕਰ ਰਹੇ ਹਾਂ, 10 and 20। n2 ਦੇ ਵਿੱਚ ਕਿਹੜੀਆਂ ਕਰ ਰਹੇ ਹਾਂ, 100 and 150। ਇਹ ਦੋਨੋਂ ਕਿਹਦੇ ਥਰੂ ਕ੍ਰੀਏਟ ਹੋ ਰਹੇ ਨੇ, ਪੈਰਾਮੀਟਰਾਈਜ਼ ਕੰਸਟਰਕਟਰ ਦੇ ਥਰੂ। ਇਹ ਕਿਹੜਾ ਕੰਸਟਰਕਟਰ ਹੈ, ਕਾਪੀ ਕੰਸਟਰਕਟਰ। ਇਹਨੂੰ ਕਾਲ ਕਿਵੇਂ ਕਰਨਾ ਹੈ ਇਹ ਆਪਾਂ ਦੇਖਦੇ ਹਾਂ। ਨੈਕਸਟ ਆਪਾਂ ਇੱਕ ਹੋਰ ਆਬਜੈਕਟ ਕ੍ਰੀਏਟ ਕੀਤਾ, ਨੰਬਰ n3। ਹੁਣ ਇਹਦੇ ਵਿੱਚ ਮੈਂ ਪਾਸ ਕਰ ਰਿਹਾ, ਤੁਸੀਂ n1 ਜਾਂ n2 ਪਾਸ ਕਰ ਸਕਦੇ ਹੋ ਇਹਦੇ ਵਿੱਚ। ਸਪੋਜ਼ ਮੈਂ ਪਾਸ ਕੀਤਾ ਇਹਦੇ ਵਿੱਚ n1। ਸੋ n3 ਇੱਕ ਕ੍ਰੀਏਟ ਹੋਇਆ। ਜਦੋਂ ਹੀ n3 ਕ੍ਰੀਏਟ ਹੋਇਆ ਹੈ, ਇਹਦੇ ਵਿੱਚ ਇੱਕ a ਹੋਏਗਾ ਤੇ ਇੱਕ b ਹੋਏਗਾ। ਸੋ a ਤੇ b ਕ੍ਰੀਏਟ ਹੋ ਗਏ। ਤੇ ਹੁਣ ਜਦੋਂ n3 ਕ੍ਰੀਏਟ ਹੋਇਆ ਉਹਦੇ ਵਿੱਚ ਆਪਾਂ ਪਾਸ ਕੀ ਕਰ ਰਹੇ ਹਾਂ, n1। ਸੋ n1 ਦਾ ਰੈਫਰੈਂਸ ਕਿਹਦੇ ਵਿੱਚ ਜਾਏਗਾ, n ਦੇ ਵਿੱਚ। ਯਾਨੀ ਕਿ ਜਿਹੜੇ ਆਬਜੈਕਟ ਨੂੰ n1 ਰੈਫਰ ਕਰ ਰਹੇ ਹੈ ਉਹਨੂੰ ਹੁਣ n ਕਰੇਗਾ। ਇੱਕ ਇਹਦਾ ਨਾਮ n ਹੋ ਗਿਆ ਤੇ ਇੱਕ n1। ਸੋ ਇਹ ਪਾਰਟਿਕੂਲਰ ਜਿਹੜਾ ਆਬਜੈਕਟ ਹੈ n ਵੀ ਇਹਨੂੰ ਰੈਫਰ ਕਰ ਰਿਹਾ ਹੈ, n1 ਵੀ ਇਹਨੂੰ ਹੀ ਰੈਫਰ ਕਰ ਰਿਹਾ ਹੈ। ਯਾਨੀ ਕਿ ਕਹਿ ਸਕਦੇ ਹਾਂ ਆਪਾਂ n1 ਪਾਸ ਕਰਤਾ, ਉਹ ਕਿਹਦੇ ਵਿੱਚ ਆ ਗਿਆ, n ਦੇ ਵਿੱਚ। ਦੈਨ ਹੁਣ ਆਪਾਂ ਇਹ ਵੈਲਿਊਜ਼ ਚਾਹੁੰਦੇ ਹਾਂ ਕਿ ਅਸਾਈਨ ਹੋ ਕੇ n3 ਦੇ ਵਿੱਚ ਆ ਜਾਣ। ਤਾਂ ਉਹਦੇ ਲਈ ਆਪਾਂ ਨੂੰ ਕੋਡਿੰਗ ਲਿਖਣੀ ਪਏਗੀ। ਕੋਡਿੰਗ ਆਪਾਂ ਲਿਖਾਂਗੇ a is equal to n dot a and b is equal to n dot b। ਤਾਂ ਇਹਨੂੰ ਹੁਣ ਸਮਝੋ ਧਿਆਨ ਨਾਲ ਕੀ ਹੈ, a is equal to n dot a। n dot a ਕੀ ਹੈ, n ਕਿਹਨੂੰ ਰੈਫਰ ਕਰ ਰਿਹਾ ਹੈ, n1 ਨੂੰ। ਸੋ n dot a ਕੀ ਮਤਲਬ ਹੋ ਗਿਆ, 10। ਤੇ ਉਹ 10 ਵੈਲਿਊ ਆਪਾਂ ਕਿੱਥੇ ਅਸਾਈਨ ਕਰ ਰਹੇ ਹਾਂ, a ਦੇ ਵਿੱਚ। ਹੁਣ ਇਹ a ਕਿਹਦਾ ਮੰਨਿਆ ਜਾਏਗਾ, a ਕਿਹਦਾ ਮੰਨਿਆ ਜਾਏਗਾ, n3 ਦਾ, ਕਿਉਂਕਿ ਕੰਸਟਰਕਟਰ ਕਿਹਦਾ ਕਾਲ ਹੋਇਆ, ਇਹ n3 ਦਾ ਕਾਲ ਹੋਇਆ। ਸੋ ਇਸ ਕਰਕੇ n3 ਦੇ a ਦੇ ਵਿੱਚ ਕਿਹੜੀ ਵੈਲਿਊ ਆ ਜੂਗੀ, 10। ਇੱਥੇ ਵੈਲਿਊ ਆ ਗਈ 10। ਇਸੇ ਤਰੀਕੇ ਨਾਲ n dot b, n ਕਿਹਨੂੰ ਰੈਫਰ ਕਰ ਰਹੇ ਹੈ, a ਵਾਲੇ ਆਬਜੈਕਟ ਨੂੰ। ਸੋ n dot b ਕਿੰਨੀ ਵੈਲਿਊ ਹੈ, 20। ਉਹ ਆਪਾਂ ਕਿੱਥੇ ਅਸਾਈਨ ਕਰਨੀ ਹੈ, b ਦੇ ਵਿੱਚ। ਤੇ b ਕਿਹਦਾ ਮੰਨਿਆ ਜਾਏਗਾ, n3 ਦਾ, ਕਿਉਂਕਿ n3 ਦਾ ਆਪਾਂ ਕੰਸਟਰਕਟਰ ਕਾਲ ਕੀਤਾ। ਇਹਨੂੰ ਕੰਸਟਰਕਟਰ ਨੂੰ ਆਟੋਮੈਟਿਕਲੀ ਕਾਲ ਹੋਏਗਾ, ਇਹ ਕੰਪਾਈਲਰ ਆਟੋਮੈਟਿਕਲੀ ਕਾਲ ਕਰ ਰਿਹਾ ਜਦੋਂ ਤੁਸੀਂ ਇਹ ਆਬਜੈਕਟਸ ਕ੍ਰੀਏਟ ਕਰ ਰਹੇ ਹੋ। ਸੋ ਜਦੋਂ ਹੀ ਆਬਜੈਕਟ ਕ੍ਰੀਏਟ ਹੁੰਦੇ ਨੇ ਉਹਦਾ ਕੋਰਸਪੋਂਡਿੰਗ ਕੰਸਟਰਕਟਰ ਆਟੋਮੈਟਿਕਲੀ ਕਾਲ ਹੁੰਦਾ ਹੈ। ਸੋ ਇੱਥੇ b ਦੇ ਵਿੱਚ ਕਿਹੜੀ ਵੈਲਿਊ ਆ ਜੂਗੀ, 20। ਇਸ ਤਰੀਕੇ ਨਾਲ ਆਪਾਂ n3 ਨੂੰ ਇਨੀਸ਼ੀਅਲਾਈਜ਼ ਕਰਤਾ ਕਿਸੇ ਹੋਰ ਆਬਜੈਕਟ ਦੇ ਨਾਲ, ਯਾਨੀ ਕਿ ਜੋ ਇਸ ਆਬਜੈਕਟ ਦੇ ਵਿੱਚ ਵੈਲਿਊ ਸੀ ਉਹੀ ਆਪਾਂ ਸੇਮ ਵੈਲਿਊਜ਼ ਕਿੱਥੇ ਅਸਾਈਨ ਕਰਤੀਆਂ, n3 ਦੇ ਵਿੱਚ। ਇਹਨੂੰ ਲਿਖਣ ਦਾ ਇੱਕ ਹੋਰ ਤਰੀਕਾ ਵੀ ਹੈ, ਤੁਸੀਂ ਇਹਨੂੰ ਇਦਾਂ ਵੀ ਲਿਖ ਸਕਦੇ ਹੋ, ਨੰਬਰ n3 is equal to n1। ਸੋ ਦੋਨੋਂ ਸਟੇਟਮੈਂਟ ਇਹ ਸੇਮ ਨੇ, ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਲਿਖ ਸਕਦੇ ਹੋ। ਨੰਬਰ n3 is equal to n1 ਵੀ ਲਿਖ ਸਕਦੇ ਹੋ, ਔਰ ਨੰਬਰ n3 ਤੇ ਬ੍ਰੈਕਟ ਦੇ ਵਿੱਚ n1 ਪਾਸ ਕਰ ਸਕਦੇ ਹੋ। ਸੋ ਦੋਨਾਂ ਦਾ ਮੀਨਿੰਗ ਸੇਮ ਹੈ। ਦੈਨ n1 ਡੋਟ ਆਊਟਪੁੱਟ, ਸਿੰਪਲ ਆਪਾਂ ਵੈਲਿਊਜ਼ ਪ੍ਰਿੰਟ ਕਰਵਾ ਕੇ ਦੇਖਦੇ ਹਾਂ ਕਿ ਕਿਹੜੀਆਂ ਵੈਲਿਊਜ਼ ਪ੍ਰਿੰਟ ਹੋਣਗੀਆਂ। ਸੋ ਇਹ ਤੁਹਾਨੂੰ ਪਤਾ ਹੀ ਹੈ ਹੁਣ ਕੀ ਵੈਲਿਊਜ਼ ਪ੍ਰਿੰਟ ਹੋਣਗੀਆਂ ਇਹਨਾਂ ਦੇ ਨਾਲ। n1 ਦੇ ਵਿੱਚ a ਦੀ ਵੈਲਿਊ ਕਿੰਨੀ ਪ੍ਰਿੰਟ ਹੋਏਗੀ, 10, b ਦੀ ਵੈਲਿਊ 20 ਪ੍ਰਿੰਟ ਹੋਏਗੀ।
then n2 ਦੇ ਥਰੂ ਆਊਟਪੁੱਟ ਕੀ ਆਏਗੀ, a is equal to 100 and b is equal to 150, n3 ਦੇ ਥਰੂ a is equal to 10 and b is equal to 20। ਸੋ ਇੱਥੇ ਦੇਖੋ ਆਪਾਂ ਇੱਕੋ ਹੀ ਨਾਮ ਦੇ ਦੋ ਕੰਸਟਰਕਟਰ ਲੈ ਰਹੇ ਹਾਂ, ਸੋ ਇਹਨੂੰ ਆਪਾਂ ਕੀ ਬੋਲਦੇ ਹਾਂ, ਕੰਸਟਰਕਟਰ ਓਵਰਲੋਡਿੰਗ। ਸੇਮ ਜਿਵੇਂ ਆਪਾਂ ਫੰਕਸ਼ਨ ਓਵਰਲੋਡਿੰਗ ਕੀਤਾ ਸੀ ਉਵੇਂ ਹੀ ਕੰਸਟਰਕਟਰ ਓਵਰਲੋਡਿੰਗ ਵੀ ਹੋ ਸਕਦੀ ਹੈ, ਕਿਉਂਕਿ ਕੰਸਟਰਕਟਰ ਵੀ ਕੀ ਹੈ, ਆਪਣੇ ਆਪ 'ਚ ਇੱਕ ਫੰਕਸ਼ਨਸ ਹੁੰਦੇ ਨੇ। ਸੋ ਆਪਾਂ ਫੰਕਸ਼ਨਸ ਨੂੰ ਓਵਰਲੋਡ ਕਰ ਸਕਦੇ ਹਾਂ, ਬਟ ਉਹਦੇ ਵਿੱਚ ਕੀ ਹੈ ਕਿ ਆਰਗੂਮੈਂਟਸ ਡਿਫਰੈਂਟ ਹੋਣੇ ਚਾਹੀਦੇ ਨੇ। ਆਰਗੂਮੈਂਟ ਲਿਸਟ ਹੈ ਜੋ ਡਿਫਰੈਂਟ ਹੋਣੀ ਚਾਹੀਦੀ ਹੈ, ਤਾਂ ਹੀ ਆਪਾਂ ਓਵਰਲੋਡ ਕਰ ਸਕਦੇ ਹਾਂ। ਤੁਸੀਂ ਸੇਮ ਆਰਗੂਮੈਂਟ ਲਿਸਟ ਲੈ ਕੇ ਦੋ ਫੰਕਸ਼ਨ ਨਹੀਂ ਲੈ ਸਕਦੇ। ਸੋ ਇਹਦੇ ਨਾਲ ਹੀ ਮਿਲਦਾ ਜੁਲਦਾ ਇੱਕ ਹੋਰ ਪ੍ਰੋਗਰਾਮ ਦੇਖਦੇ ਹਾਂ ਆਪਾਂ, ਜਿਹਦੇ ਵਿੱਚ ਤਿੰਨੋਂ ਕੰਸਟਰਕਟਰ ਕਵਰ ਹੋ ਜਾਣਗੇ। ਤਿੰਨ ਟਾਈਪਸ ਨੇ ਕੰਸਟਰਕਟਰ ਦੀਆਂ। ਦੇਖੋ ਇੱਥੇ ਕੀ ਹੋ ਰਿਹਾ ਹੈ, ਸੇਮ ਉਹੀ ਪ੍ਰੋਗਰਾਮ ਹੈ। ਕਲਾਸ ਆਪਾਂ ਇੱਕ ਨੰਬਰ ਲਈ, ਉਹਦੇ ਚ ਦੋ ਵੇਰੀਏਬਲ ਲਏ a ਐਂਡ b, ਦੈਨ ਇੱਕ ਕੰਸਟਰਕਟਰ ਲਿਆ ਨੰਬਰ। ਇਹ ਕਿਹੜਾ ਕੰਸਟਰਕਟਰ ਹੈ, ਹੁਣ ਕੋਈ ਆਰਗੂਮੈਂਟ ਨਹੀਂ ਪਾਸ ਕਰ ਰਹੇ, ਸੋ ਇਸ ਕਰਕੇ ਇਹ ਕਿਹੜਾ ਕੰਸਟਰਕਟਰ ਹੈ, ਡਿਫੋਲਟ ਕੰਸਟਰਕਟਰ, ਜਿਹਦੇ ਵਿੱਚ ਆਪਾਂ ਵੈਲਿਊਜ਼ ਕੀ ਅਸਾਈਨ ਕਰ ਰਹੇ ਹਾਂ, a ਦੀ ਵੈਲਿਊ 0 ਐਂਡ b ਦੀ ਵੈਲਿਊ ਵੀ 0 ਅਸਾਈਨ ਕਰ ਰਹੇ ਹਾਂ। ਨੈਕਸਟ ਹੈ ਇੱਕ ਹੋਰ ਕੰਸਟਰਕਟਰ ਲਿਆ ਨੰਬਰ, ਜਿਹਦੇ ਵਿੱਚ ਵੈਲਿਊਜ਼ ਅਸਾਈਨ ਕਰ ਰਹੇ ਹਾਂ ਆਪਾਂ, ਦੋ ਵੈਲਿਊਜ਼ ਪਾਸ ਕਰ ਰਹੇ ਹਾਂ x ਐਂਡ y, ਤੇ ਉਹ ਕੋਰਸਪੋਂਡਿੰਗਲੀ ਵੈਲਿਊਜ਼ ਕਿੱਥੇ ਅਸਾਈਨ ਹੋ ਰਹੀਆਂ ਨੇ, x ਦੀ ਵੈਲਿਊ a 'ਚ ਜਾ ਰਹੀ ਹੈ ਤੇ y ਦੀ ਵੈਲਿਊ b 'ਚ ਜਾ ਰਹੀ ਹੈ। ਨੈਕਸਟ ਆਪਾਂ ਇੱਕ ਹੋਰ ਕੰਸਟਰਕਟਰ ਲਿਆ ਹੈ ਇੰਟ x, ਇੱਥੇ ਆਪਾਂ ਇੱਕ ਸਿੰਗਲ ਵੈਲਿਊ ਪਾਸ ਕਰਵਾ ਰਹੇ ਹਾਂ ਤੇ ਉੱਥੋਂ ਦੀ ਉਹ ਵੈਲਿਊ ਦੋਨਾਂ a ਐਂਡ b 'ਚ ਜਾ ਰਹੀ ਹੈ। a ਦੇ ਵਿੱਚ ਵੀ x, b ਦੇ ਵਿੱਚ ਵੀ x। ਇਹ ਜਿਹੜੇ ਦੋਨੋਂ ਕੰਸਟਰਕਟਰ ਨੇ ਕਿਹੜੇ ਕੰਸਟਰਕਟਰ ਨੇ, ਪੈਰਾਮੀਟਰਾਈਜ਼ਡ ਕੰਸਟਰਕਟਰ। ਪੈਰਾਮੀਟਰਾਈਜ਼ਡ ਕੰਸਟਰਕਟਰ। ਸੋ ਇੱਥੇ ਆਪਣੇ ਕੋਲ ਤਿੰਨ ਕੰਸਟਰਕਟਰ ਹੀ ਹੋ ਗਏ। ਇੱਕ ਹੋਰ ਕੰਸਟਰਕਟਰ ਲਿਆ ਆਪਾਂ ਨੇ ਨੰਬਰ, ਕਿਉਂਕਿ ਕੰਸਟਰਕਟਰ ਦਾ ਨਾਮ ਹੈ ਜੋ ਸੇਮ ਐਜ਼ ਕਲਾਸ ਹੋਏਗਾ। ਸੋ ਨੰਬਰ ਇੱਕ ਹੋਰ ਕੰਸਟਰਕਟਰ ਲਿਆ, ਇਹਦੇ ਵਿੱਚ ਆਪਾਂ ਕਾਪੀ ਕੰਸਟਰਕਟਰ ਯੂਜ਼ ਕਰ ਰਹੇ ਹਾਂ, ਯਾਨੀ ਕਿ ਇੱਥੇ ਆਪਾਂ ਇੱਕ ਨੰਬਰ ਦਾ ਆਬਜੈਕਟ ਪਾਸ ਕੀਤਾ ਹੈ, ਉਹਦਾ ਰੈਫਰੈਂਸ ਕਿਹਦੇ ਵਿੱਚ ਆਏਗਾ, n ਦੇ ਵਿੱਚ, ਤੇ ਉੱਥੋਂ ਦੀ ਉਹ ਕੋਰਸਪੋਂਡਿੰਗਲੀ ਵੈਲਿਊਜ਼ ਖਿੱਚ ਜਾਣੀਆਂ a ਐਂਡ b ਦੇ ਵਿੱਚ। ਸੋ ਇਹ ਕਿਹੜਾ ਕੰਸਟਰਕਟਰ ਹੈ, ਕਾਪੀ ਕੰਸਟਰਕਟਰ। ਨੈਕਸਟ ਆਊਟਪੁੱਟ ਫੰਕਸ਼ਨ ਦੇ ਵਿੱਚ ਆਪਾਂ ਸਿੰਪਲ ਵੈਲਿਊਜ਼ ਪ੍ਰਿੰਟ ਕਰਵਾ ਰਹੇ ਹਾਂ, a ਐਂਡ b ਦੀਆਂ ਵੈਲਿਊਜ਼ ਪ੍ਰਿੰਟ ਹੋ ਗਈਆਂ। ਤੇ ਮੇਨ ਫੰਕਸ਼ਨ 'ਚ ਦੇਖੋ ਹੁਣ ਆਪਾਂ ਕੀ ਕਰ ਰਹੇ ਹਾਂ, ਇਹਨੂੰ ਧਿਆਨ ਨਾਲ ਦੇਖਣਾ ਹੈ। ਨੰਬਰ n1, ਸਭ ਤੋਂ ਪਹਿਲਾਂ ਇੱਕ n1 ਕ੍ਰੀਏਟ ਹੋਇਆ, ਇਹਦੇ ਵਿੱਚ ਆਪਾਂ ਕੋਈ ਆਰਗੂਮੈਂਟ ਨਹੀਂ ਪਾਸ ਕਰ ਰਹੇ। ਦੇਖੋ ਕੋਈ ਆਰਗੂਮੈਂਟ ਨਹੀਂ ਪਾਸ ਕਰ ਰਹੇ, ਇਹਦਾ ਮਤਲਬ ਕਿਹੜਾ ਕੰਸਟਰਕਟਰ ਕੋਲ ਹੋਏਗਾ ਇੱਥੇ, ਡਿਫੋਲਟ ਕੰਸਟਰਕਟਰ। ਸੋ n1 ਦੇ ਵਿੱਚ ਕਿੰਨੀਆਂ ਵੈਲਿਊਜ਼ ਅਸਾਈਨ ਹੋਣਗੀਆਂ, 0 ਐਂਡ 0। ਸੋ n1 ਦੇ a ਤੇ b ਦੇ ਵਿੱਚ ਵੈਲਿਊਜ਼ ਕਿਹੜੀਆਂ ਆਣਗੀਆਂ, 0 0। ਨੈਕਸਟ n2 ਹੈ, n2 ਦੇ ਵਿੱਚ ਹੁਣ ਆਪਾਂ ਇੱਕ ਵੈਲਿਊ ਪਾਸ ਕੀਤੀ ਹੈ, ਦੈਟ ਇਜ਼ 10। ਤਾਂ ਹੁਣ ਕਿਹੜਾ ਕੰਸਟਰਕਟਰ ਕੋਲ ਹੋਏਗਾ, ਜਿੱਥੇ ਆਪਾਂ ਇੱਕ ਵੈਲਿਊ ਲੈ ਰਹੇ ਹਾਂ। ਸੋ ਇੰਟ x, ਇਹ ਵਾਲਾ ਕੰਸਟਰਕਟਰ ਕੋਲ ਹੋਏਗਾ, ਤੇ x ਦੇ ਵਿੱਚ ਕਿੰਨੀ ਵੈਲਿਊ ਆ ਰਹੀ ਹੈ ਪਾਸ ਹੋ ਕੇ, 10, ਤੇ ਉਹ 10 ਵੈਲਿਊ ਦੋਨੋਂ a ਐਂਡ b 'ਚ ਜਾ ਰਹੀਆਂ ਨੇ। ਸੋ n2 ਦੇ ਵਿੱਚ ਕਿੰਨੀਆਂ ਵੈਲਿਊਜ਼ ਆ ਗਈਆਂ, 10 ਐਂਡ 10। ਨੈਕਸਟ ਹੈ n3, n3 ਦਾ ਕੰਸਟਰਕਟਰ ਕੋਲ ਹੋਏਗਾ, ਬਟ ਕਿਹੜਾ ਕੰਸਟਰਕਟਰ ਕੋਲ ਹੋਏਗਾ, ਜਿੱਥੇ ਦੋ ਵੈਲਿਊਜ਼ ਆਪਾਂ ਲੈ ਰਹੇ ਹਾਂ। ਸੋ 5 ਐਂਡ 10, ਇਹ ਦੋ ਵੈਲਿਊਜ਼ ਕਿੱਥੇ ਆ ਗਈਆਂ, x ਐਂਡ y ਦੇ ਵਿੱਚ, ਤੇ ਉੱਥੋਂ ਦੀ ਉਹ ਵੈਲਿਊਜ਼ ਕਿੱਥੇ ਜਾ ਰਹੀਆਂ ਨੇ, a ਐਂਡ b 'ਚ। a ਤੇ b ਕਿਹਦੇ ਹੋਣਗੇ, n3 ਦੇ। ਸੋ n3 ਦੇ ਵਿੱਚ ਵੈਲਿਊਜ਼ ਆ ਗਈਆਂ 5 ਐਂਡ 10। ਨੈਕਸਟ ਆਪਾਂ ਇੱਕ ਹੋਰ ਆਬਜੈਕਟ ਕ੍ਰੀਏਟ ਕੀਤਾ ਹੈ ਨੰਬਰ n4। ਇੱਥੇ ਹੁਣ ਆਪਾਂ ਪਾਸ ਕਰ ਰਹੇ ਹਾਂ n2। ਸੋ ਇਹ ਧਿਆਨ ਦੇਖਣਾ ਹੈ, ਇੱਥੇ ਵੀ ਆਪਾਂ ਇੱਕ ਆਰਗੂਮੈਂਟ ਪਾਸ ਕੀਤਾ ਸੀ, ਇੱਥੇ ਵੀ ਇੱਕ ਆਰਗੂਮੈਂਟ ਜਾ ਰਿਹਾ ਹੈ, ਬਟ ਇੱਥੇ ਕੰਸਟਰਕਟਰ ਦੋਨਾਂ ਲਈ ਅਲੱਗ-ਅਲੱਗ ਕੋਲ ਹੋਣਗੇ। ਕਿਉਂ, ਕਿਉਂਕਿ ਜਿਹੜਾ ਇਹ ਆਰਗੂਮੈਂਟ ਸੀ, ਇਹ ਇੱਕ ਨਾਰਮਲ ਡਾਟਾ ਟਾਈਪ ਹੈ, ਦੈਟ ਇਜ਼ 10 ਇੰਟੀਜਰ। ਸੋ ਇੱਥੇ ਇੰਟੀਜਰ ਵਾਲਾ ਇਹ ਵਾਲਾ ਕੰਸਟਰਕਟਰ ਕੋਲ ਹੋ ਰਿਹਾ ਹੈ, ਬਟ ਹੁਣ ਇੱਥੇ ਆਪਾਂ n2 ਯਾਨੀ ਕਿ ਆਬਜੈਕਟ ਪਾਸ ਕਰ ਰਹੇ ਹਾਂ। ਸੋ ਆਬਜੈਕਟ ਲਈ ਕਿਹੜਾ ਕੰਸਟਰਕਟਰ ਕੋਲ ਹੁੰਦਾ ਹੈ, ਕਾਪੀ ਕੰਸਟਰਕਟਰ, ਇਸ ਕਰਕੇ ਇਹ ਵਾਲਾ ਕੰਸਟਰਕਟਰ ਕੋਲ ਹੋਏਗਾ। ਸੋ n2 ਦਾ ਰੈਫਰੈਂਸ ਕਿਹਦੇ ਵਿੱਚ ਆ ਗਿਆ, n ਦੇ ਵਿੱਚ, ਤੇ ਉੱਥੋਂ ਦੀ ਉਹ ਵੈਲਿਊਜ਼ ਕਿੱਥੇ ਜਾਣਗੀਆਂ, a ਐਂਡ b 'ਚ, ਯਾਨੀ ਕਿ ਕਿਹੜੀਆਂ ਵੈਲਿਊਜ਼, n2 ਵਾਲੀਆਂ ਵੈਲਿਊਜ਼ a ਐਂਡ b ਜਾਣਗੀਆਂ। ਸੋ n2 ਵਾਲੀਆਂ ਵੈਲਿਊਜ਼ ਦੈਟ ਇਜ਼ 10 ਐਂਡ 10। ਨੈਕਸਟ ਹੁਣ ਇਹ ਚਾਰੋਂ ਆਪਣੇ ਆਬਜੈਕਟ ਕ੍ਰੀਏਟ ਹੋ ਗਏ, n1 n2 n3 ਐਂਡ n4। ਚਾਰਾਂ ਨੂੰ ਆਪਾਂ ਇਨੀਸ਼ੀਅਲਾਈਜ਼ ਕਰ ਚੁੱਕੇ ਹਾਂ ਯੂਜ਼ਿੰਗ ਕੰਸਟਰਕਟਰਸ, ਤੇ ਉਸ ਤੋਂ ਬਾਅਦ ਆਪਾਂ ਇਹਨਾਂ ਦੀ ਵੈਲਿਊਜ਼ ਪ੍ਰਿੰਟ ਕਰਵਾ ਕੇ ਦੇਖਾਂਗੇ ਯੂਜ਼ਿੰਗ ਆਊਟਪੁੱਟ ਫੰਕਸ਼ਨ। ਸੋ n1 ਡੋਟ ਆਊਟਪੁੱਟ, n1 ਡੋਟ ਆਊਟਪੁੱਟ ਦੇ ਵਿੱਚ ਕੀ ਵੈਲਿਊਜ਼ ਪ੍ਰਿੰਟ ਹੋਣਗੀਆਂ, a ਇਜ਼ ਇਕੁਅਲ ਟੂ a ਦੀ ਵੈਲਿਊ ਦੈਟ ਇਜ਼ 0 ਐਂਡ b ਇਜ਼ ਇਕੁਅਲ ਟੂ b ਦੀ ਵੈਲਿਊ ਦੈਟ ਇਜ਼ ਆਲਸੋ 0। ਦੈਨ n2 ਦਾ ਆਊਟਪੁੱਟ ਫੰਕਸ਼ਨ ਕੋਲ ਹੋਏਗਾ, ਉੱਥੇ ਕਿਹੜੀਆਂ ਵੈਲਿਊਜ਼ ਪ੍ਰਿੰਟ ਹੋਣਗੀਆਂ, a ਇਜ਼ ਇਕੁਅਲ ਟੂ 10 ਐਂਡ b ਇਜ਼ ਇਕੁਅਲ ਟੂ 10। ਦੈਨ n3 ਦਾ ਆਊਟਪੁੱਟ ਫੰਕਸ਼ਨ ਕੋਲ ਹੋਏਗਾ, ਉਹਦੇ ਵਿੱਚ ਕਿਹੜੀਆਂ ਵੈਲਿਊਜ਼ ਨੇ, a ਇਜ਼ ਇਕੁਅਲ ਟੂ 5
b is equal to 10। ਇਦਾਂ ਹੀ n4 ਦਾ ਆਊਟਪੁੱਟ ਫੰਕਸ਼ਨ ਕੋਲ ਹੋਏਗਾ, ਉੱਥੇ ਕਿਹੜੀਆਂ ਵੈਲਿਊਜ਼ ਨੇ, a is equal to 10 and b is equal to 10। ਸੋ ਇਹ ਸੀ ਇੱਕ ਕੰਪਲੀਟ ਪ੍ਰੋਗਰਾਮ ਜਿਹਦੇ ਵਿੱਚ ਆਪਾਂ ਤਿੰਨੋਂ ਕੰਸਟਰਕਟਰ ਦੀਆਂ ਟਾਈਪਸ ਕਵਰ ਕਰ ਰਹੇ ਹਾਂ, ਡਿਫਾਲਟ ਕੰਸਟਰਕਟਰ, ਪੈਰਾਮੀਟਰਾਈਜ਼ਡ ਕੰਸਟਰਕਟਰ ਐਂਡ ਕਾਪੀ ਕੰਸਟਰਕਟਰ। ਸੋ ਇਹ ਸਿੰਗਲ ਪ੍ਰੋਗਰਾਮ ਸਾਰੀਆਂ ਐਗਜ਼ਾਮਪਲਸ ਲਈ ਯੂਜ਼ ਕਰ ਸਕਦੇ ਹੋ, ਕਿਉਂਕਿ ਇਹਦੇ ਵਿੱਚ ਆਪਣੇ ਕੋਲ ਤਿੰਨੋਂ ਕੰਸਟਰਕਟਰ ਯੂਜ਼ ਹੋ ਰਹੇ ਨੇ, ਡਿਫਾਲਟ ਕੰਸਟਰਕਟਰ, ਪੈਰਾਮੀਟਰਾਈਜ਼ਡ ਕੰਸਟਰਕਟਰ ਐਂਡ ਕਾਪੀ ਕੰਸਟਰਕਟਰ। ਥੈਂਕ ਯੂ।